ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਜਨਵਰੀ ਇਨਟੇਕ ਦੇ ਵਿੱਚ ਦਾਖਲਾ ਲਿਆ ਹੈ, ਉਹਨਾਂ ਨੂੰ 1 ਜਨਵਰੀ ਤੋਂ ਪਹਿਲਾਂ ਕੈਨੇਡਾ ਵਿੱਚ ਜਾਣ ਦੀ ਲੋੜ ਨਹੀਂ ਹੈ। ਜਿਹੜੇ ਵੀ ਵਿਦਿਆਰਥੀਆਂ ਨੇ ਆਪਣੀਆਂ ਕਲਾਸਿਸ ਲਗਾਉਣੀਆਂ ਨੇ ਉਹ 1 ਜਨਵਰੀ ਤੋਂ ਬਾਅਦ ਜਾ ਸਕਦੇ ਨੇ, ਪਰ ਇਸ ਦੇ ਲਈ ਵੀ ਉਹਨਾਂ ਨੂੰ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟਸ ਦੀ ਸੂਚੀ ਜ਼ਰੂਰ ਦੇਖਣੀ ਪਵੇਗੀ ਕਿ ਉਹ ਸੂਚੀ ਵਿੱਚ ਉਹਨਾਂ ਦੀ ਯੂਨੀਵਰਸਿਟੀ ਜਾਂ ਕਾਲਜ ਦਾ ਨਾਮ ਸ਼ਾਮਲ ਹੈ। ਜੇਕਰ ਉਹ ਨਾਮ ਉੱਥੇ ਮੌਜੂਦ ਹੈ ਤਾਂ ਹੀ ਉਹਨਾਂ ਨੂੰ ਇਜਾਜ਼ਤ ਮਿਲ ਸਕਦੀ ਹੈ ਕਿ ਉਹ ਜਾ ਸਕਦੇ ਨੇ। ਇਸ ਦੇ ਨਾਲ ਹੀ ਇੱਥੇ ਇਹ ਵੀ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਵਾਲ ਨੇ ਕਿ ਜਿਨ੍ਹਾਂ ਨੇ ਜਨਵਰੀ ਇਨਟੇਕ ਵਿੱਚ ਜਾਣਾ ਸੀ, ਕਈਆਂ ਦੇ ਬਾਇਓਮੈਟ੍ਰਿਕ ਨਹੀਂ ਹੋਏ ਤੇ ਕਈਆਂ ਨੂੰ ਵੀਜ਼ਾ ਐਪਲੀਕੇਸ਼ਨ ਸੈਂਟਰਸ ਤੋਂ ਅੱਗੇ ਕੋਈ ਹੋਰ ਚਿੱਠੀ ਨਹੀਂ ਆ ਰਹੀ ਜਿਸ ਦੀ ਉਹ ਉਡੀਕ ਕਰ ਰਹੇ ਹੋਣਗੇ। ਤਾਂ ਇਸ ਦੇ ਲਈ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਖੁਦ ਵੀ ਕਿਹਾ ਗਿਆ ਹੈ ਕਿ ਸਮਾਂ ਲੱਗ ਰਿਹਾ ਹੈ ਤੇ ਬਹੁਤ ਸਾਰੀਆਂ ਫਾਈਲਾਂ ਦੇ ਵਾਸਤੇ ਦੇਰੀ ਵੀ ਹੋ ਰਹੀ ਹੈ, ਜਿਸ ਦੇ ਲਈ ਫਿਲਹਾਲ ਇੰਤਜ਼ਾਰ ਹੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੇਸ਼ੱਕ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਸ ਪੂਰੀ ਤਰ੍ਹਾਂ ਪੂਰੀਆਂ ਨਹੀਂ ਹੋ ਸਕੀਆਂ ਜਨਵਰੀ ਤੋਂ ਪਹਿਲਾਂ ਜਾਂ ਫਿਰ ਨਹੀਂ ਹੋ ਪਾਉਣਗੀਆਂ, ਪਰ ਫਿਰ ਵੀ ਉਹਨਾਂ ਦੇ ਕਈ ਇੰਸਟੀਚਿਊਟ ਨੇ ਜਿਹੜੇ ਉਹ ਹਜੇ ਵੀ ਆਨਲਾਈਨ ਪੜ੍ਹਾਈ ਕਰਾ ਰਹੇ ਨੇ। ਜਦੋਂ ਤੱਕ ਜਨਵਰੀ ਦੇ ਵਿੱਚ ਪੂਰੀ ਤਰ੍ਹਾਂ ਕੈਨੇਡਾ ਆਉਣ ਦੇ ਵਾਸਤੇ ਪੇਪਰ ਵਰਕ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਕੇ ਆਨਲਾਈਨ ਪੜ੍ਹਾਈ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਪੇਪਰ ਵਰਕ ਪੂਰਾ ਹੋ ਜਾਵੇਗਾ ਤਾਂ ਫਿਰ ਉਹ ਕੈਨੇਡਾ ਵਿੱਚ ਆ ਸਕਦੇ ਨੇ ਤੇ ਪੜ੍ਹਾਈ ਕਰ ਸਕਦੇ ਨੇ, ਜਿਸ ਦੇ ਲਈ DLI ਸੂਚੀ ਨੂੰ ਦੇਖਣਾ ਵੀ ਜ਼ਰੂਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਹਾਈ ਕਮਿਸ਼ਨ ਆਫ ਕੈਨੇਡਾ ਦੇ ਵੱਲੋਂ ਪਹਿਲਾਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਸਾਰੀਆਂ ਫਾਈਲਾਂ ਅਜਿਹੀਆਂ ਨੇ ਜਿਨ੍ਹਾਂ ਦੀ ਪ੍ਰਕਿਰਿਆ ਹੌਲੀ ਚੱਲ ਰਹੀ ਹੈ, ਪਰ ਇੱਥੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਾਇਓਮੈਟ੍ਰਿਕ ਦੀਆਂ ਚਿੱਠੀਆਂ ਨੇ ਜੋ, ਕਿਉਂਕਿ ਉਹਨਾਂ ਦਾ ਇੱਕ ਸੀਮਿਤ ਸਮਾਂ ਹੁੰਦਾ ਹੈ ਕਿ ਉਨੇ ਸਮੇਂ ਦੇ ਵਿੱਚ ਬਾਇਓਮੈਟ੍ਰਿਕ ਕਰਵਾਉਣੇ ਨੇ, ਜਾਂ ਫਿਰ ਪਾਸਪੋਰਟ ਦੇ ਵਾਸਤੇ ਵੀ ਜਿਹੜੀ ਰਿਕੁਐਸਟ ਹੈ ਉਸ ਦਾ ਵੀ ਸਮਾਂ ਹੁੰਦਾ ਹੈ ਕਿ ਇੰਨੇ ਸਮੇਂ ਦੇ ਵਿੱਚ ਉਹ ਪੂਰੀ ਹੋਣੀ ਚਾਹੀਦੀ ਹੈ, ਪਰ ਕਈਆਂ ਦਾ ਉਹ ਸਮਾਂ ਹੈ ਜੋ ਉਹ ਲੰਘ ਚੁੱਕਿਆ ਹੈ, ਜਿਸ ਕਰਕੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਤੇ ਫਿਕਰ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਹਾਡਾ ਉਹ ਸਮਾਂ ਲੰਘ ਵੀ ਚੁੱਕਿਆ ਹੈ ਫਿਰ ਵੀ ਆਪਣੇ ਆਪ ਉਹ ਸਮੇਂ ਨੂੰ ਅੱਗੇ ਵਧਾ ਦੇਣਗੇ, ਕਿਉਂਕਿ ਉਸ ਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ। ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵਿੱਚ ਹੀ ਕੰਮ ਹੌਲੀ ਹੋ ਰਿਹਾ ਹੈ ਤੇ ਕਾਫੀ ਸੀਮਤ ਕੰਮ ਹੋ ਰਿਹਾ ਹੈ, ਜਿਸ ਦੇ ਕਰਕੇ ਸਮੇਂ ਸਿਰ ਫਾਈਲਾਂ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਪਾ ਰਹੀ ਤੇ ਇਸ ਦੇ ਨਾਲ ਹੀ ਜੋ ਬਾਇਓਮੈਟ੍ਰਿਕ ਦੇ ਵਾਸਤੇ ਅਪਾਇੰਟਮੈਂਟ ਹੈ ਉਸ ਦੇ ਵਿੱਚ ਵੀ ਦੇਰੀ ਹੋ ਰਹੀ ਹੈ, ਜਿਸ ਕਰਕੇ ਜੇਕਰ ਤੁਹਾਡੀ ਜੋ ਸੀਮਤ ਸੀਮਾ ਸੀ ਉਹ ਲੰਘ ਵੀ ਗਈ ਹੈ ਬਾਇਓਮੈਟ੍ਰਿਕ ਦੇਣ ਦੀ, ਤਾਂ ਆਪਣੇ ਆਪ ਆਟੋਮੈਟਿਕ ਉਹ ਉਸ ਸੀਮਾ ਨੂੰ ਅੱਗੇ ਵਧਾ ਦੇਣਗੇ ਤੇ ਅੱਗੇ ਜਾ ਕੇ ਬਾਇਓਮੈਟ੍ਰਿਕ ਹੋਣਗੇ। ਤੇ ਫਿਲਹਾਲ ਵੀ ਜੋ ਫੈਮਿਲੀ ਕਲਾਸ ਫਾਈਲਾਂ ਨੇ ਤੇ ਨਾਲ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਕੈਨੇਡਾ ਦੇ ਵੀਜ਼ਾ ਦੇ ਵਾਸਤੇ, ਜਿਸ ਦੇ ਵਾਸਤੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਨਾਲ ਦੀ ਨਾਲ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਹਜੇ ਵੀ ਜੋ ਵਿਜ਼ਟਰ ਵੀਜ਼ਾ ਨੇ ਜਾਂ ਫਿਰ ਜਿਨ੍ਹਾਂ ਨੇ ਪੁੱਛਿਆ ਹੋਇਆ ਹੈ ਕਿ ਜਿਨ੍ਹਾਂ ਦੇ ਸਪਾਊਸਲ ਵਰਕ ਪਰਮਿਟ ਲੱਗਣੇ ਨੇ, ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵੀ ਗਏ ਹੋਏ ਨੇ ਉਹ ਹਜੇ ਉਡੀਕ ਕਰਨ। ਸਿਰਫ ਜਿਨ੍ਹਾਂ ਦੀਆਂ PR ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਸਿਰਫ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੀ ਹੀ ਫਾਈਲਾਂ ਦੀ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ। ਜਿਸ ਤੋਂ ਬਾਅਦ ਜੇਕਰ ਇਸ ਦੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ।